ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਕਹਿਣ ਸੁਣਨ ਨੂੰ ਹੁਕਮ ਬੜਾ ਹੀ ਸਰਲ ਜਿਹਾ ਹੈ। ਇਸ ਦਾ ਅਰਥ ਹੈ ਆਗਿਆ। ਰਜਾ ਵੀ ਹੁਕਮ ਦਾ ਹੀ ਰੂਪ ਹੈ। ਪਾਣਾ ਸ਼ਬਦ ਵੀ ਇਹੀ ਅਰਥ ਰੱਖਦਾ ਹੈ। ਹੁਕਮ ਪਾਣਾ ਰਜਾ ਦੇ ਅੰਤਰੀਵ ਭਾਵ ਨੂੰ ਗੋ ਨਾਲ ਵਿਚਾਰੀਏ ਤਾਂ ਇਹ ਸਿਧਾਂਤ ਸਾਹਮਣੇ ਆਉਂਦਾ ਹੈ ਕਿ ਰੱਬ ਦੇ ਹੁਕਮ ਨੂੰ ਸਮਝਣਾ, ਉਸ ਦੀ ਰਜਾ ਵਿੱਚ ਰਹਿਣਾ ਅਤੇ ਉਸ ਦੇ ਪਾਣੇ ਨੂੰ ਮੰਨ ਲੈਣਾ, ਪਰਮਾਤਮਾ ਦੀ ਮਰਜ਼ੀ ਅਨੁਸਾਰ ਜੀਵਨ ਗੁਜ਼ਾਰਨ ਦੀ ਭਾਵਨਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਿੱਚ ਹੀ ਅਸਲ ਸੁੱਖ ਹੈ। ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਹੈ, ਸਭ ਕੁਝ ਉਸ ਪਰਮ ਪਿਤਾ ਪਰਮੇਸ਼ਵਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਜਿਸ ਤੇ ਕਿਰਪਾ ਹੋਵੇ, ਜਿਸ ਨੂੰ ਉਸ ਦੇ ਹੁਕਮ ਦੀ ਸਮਝ ਆ ਜਾਵੇ, ਉਹੀ ਹੁਕਮੀ ਬੰਦਾ ਬਣ ਕੇ ਆਪਣੀ ਮੈਂ ਨੂੰ ਛੱਡਦਾ ਹੈ। ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸਾਡੇ ਕੀਤਿਆਂ ਕੁਝ ਵੀ ਨਹੀਂ ਹੋ ਸਕਦਾ। ਜੋ ਕੁਝ ਵੀ ਵਾਪਰਦਾ ਹੈ ਸਭ ਉਸ ਦੇ ਹੁਕਮ ਵਿੱਚ ਹੈ, ਸਾਡੇ ਹੱਥ ਵਿੱਚ ਕੁਝ ਨਹੀਂ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਤੁਸੀਂ ਕਦੀ ਸ਼ਾਇਦ ਨੋਟ ਕੀਤਾ ਹੋਵੇ, ਅਸੀਂ ਕਈ ਵਾਰੀ ਕਿਸੇ ਪਾਸੇ ਤੁਰਨ ਲੱਗਦੇ ਹਾਂ, ਪਰ ਕੁਝ ਐਸਾ ਵਾਪਰ ਜਾਂਦਾ ਹੈ ਕਿ ਅਸੀਂ ਉਧਰ ਤੁਰਨ ਦੀ ਬਜਾਏ ਦੂਸਰੇ ਬੰਨੇ ਤੁਰ ਪੈਂਦੇ ਹਾਂ। ਜਾਂ ਸਾਡੇ ਨਾਲ ਕਈ ਵਾਰੀ ਐਸਾ ਵਾਪਰਦਾ ਹੈ ਕਿ ਅਸੀਂ ਤਿਆਰ ਤਾਂ ਕਿਤੇ ਹੋਰ ਜਾਣ ਲਈ ਹੁੰਦੇ ਹਾਂ, ਪਰ ਜਦ ਦਰਵਾਜ਼ਾ ਬੰਦ ਕਰਕੇ ਨਿਕਲਣ ਲੱਗਦੇ ਹਾਂ ਤਾਂ ਕੋਈ ਆ ਜਾਂਦਾ ਹੈ ਅਤੇ ਸਾਨੂੰ ਰੁਕਣਾ ਪੈ ਜਾਂਦਾ ਹੈ। ਜਾਂ ਫਿਰ ਉਸ ਦੇ ਨਾਲ ਕਿਸੇ ਹੋਰ ਬੰਨੇ ਜਾਣਾ ਪੈ ਜਾਂਦਾ ਹੈ। ਸਾਨੂੰ ਅਤੇ ਸਾਰੇ ਸੰਸਾਰ ਨੂੰ, ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਪਰਮੇਸ਼ਵਰ ਹੈ। ਉਸ ਦੇ ਹੁਕਮ ਵਿੱਚ ਹੀ ਮਨੁੱਖ, ਜੀਵ ਜੰਤੂ ਸਭ ਪੈਦਾ ਹੁੰਦੇ ਹਨ ਅਤੇ ਮਰਦੇ ਹਨ। ਉਸ ਦੇ ਹੁਕਮ ਵਿੱਚ ਹੀ ਅਸੀਂ ਦੁੱਖ ਸੁੱਖ ਭੋਗਦੇ ਹਾਂ। ਇਹ ਦਿਨ ਰਾਤ, ਗਰਮੀ ਸਰਦੀ, ਚੰਦ ਸੂਰਜ, ਰਾਤਾਂ ਥਿੱਤਾਂ ਸਭ ਉਸ ਦੇ ਹੁਕਮ ਦੀ ਖੇਡ ਹੈ। ਇੱਥੋਂ ਤੱਕ ਕਿ ਸਾਡੇ ਨਾਲ ਜੋ ਵੀ ਕੁਝ ਰੋਜ਼ ਵਾਪਰਦਾ ਹੈ ਸਭ ਉਸ ਦੇ ਹੁਕਮ ਵਿੱਚ ਹੀ ਹੈ। ਜਿਵੇਂ ਕਿ ਬਾਣੀ ਅੰਦਰ ਵੀ ਫਰਮਾਨ ਹੈ, ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਨਾ, ਜੈ ਜੈ ਰੱਖੇ ਆਪ ਤਹ ਜਾਏ ਖੜੋਵਣਾ। ਉਹੀ ਕੁਝ ਹੁੰਦਾ ਹੈ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ। ਚਾਹੇ ਅਸੀਂ ਆਪਣੀਆਂ ਕਿੰਨੀਆਂ ਵੀ ਸਿਆਣਪਾਂ ਲੜਾ ਲਈਏ, ਉਪਾਵ ਕਰ ਲਈਏ, ਹਰ ਕੋਈ ਆਪਣਾ ਭਲਾ ਲੋਚਦਾ ਹੈ, ਆਪਣੀਆਂ ਖੁਸ਼ੀਆਂ ਵਾਸਤੇ ਕਈ ਉਪਾਵ ਕਰਦਾ ਹੈ, ਪਰ ਹੁੰਦਾ ਉਹੀ ਹੈ ਜੋ ਉਸ ਮਾਲਕ ਨੂੰ ਮਨਜ਼ੂਰ ਹੁੰਦਾ ਹੈ। ਇਹ ਹੁਕਮ ਦੀ ਖੇਡ ਹੈ ਹੀ ਐਸੀ ਕਿ ਜੋ ਉਸ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਕਰਦਾ ਹੈ। ਇੱਕ ਗੱਲ ਯਾਦ ਰੱਖਣਾ, ਸਾਡੇ ਤੇ ਦੁੱਖ ਵਾਪਰਦਾ ਹੈ ਜਾਂ ਸਾਡੀ ਮਰਜ਼ੀ ਮੁਤਾਬਕ ਨਹੀਂ ਹੁੰਦਾ ਤਾਂ ਅਸੀਂ ਇਹ ਸੋਚਦੇ ਹਾਂ ਕਿ ਇਹ ਰੱਬ ਨੇ ਚੰਗਾ ਨਹੀਂ ਕੀਤਾ, ਸਾਡੇ ਨਾਲ ਬਹੁਤ ਬੁਰਾ ਹੋਇਆ ਹੈ। ਜਦਕਿ ਬਾਣੀ ਇਹ ਕਹਿੰਦੀ ਹੈ, ਬੁਰਾ ਨਹੀਂ ਸਭ ਭਲਾ ਹੀ ਹੈ। ਇਨਸਾਨ ਸੋਚਦਾ ਹੈ ਮੇਰੇ ਨਾਲ ਬੁਰਾ ਹੋਇਆ ਹੈ, ਮੈਂ ਹਾਰ ਗਿਆ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਹਾਰ ਨੂੰ ਵੀ ਜਿੱਤ ਆਖਦੇ ਹਨ। ਉਹ ਜੋ ਵੀ ਕੁਝ ਕਰਾ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣ ਵਿੱਚ ਹੀ ਸਾਡੀ ਭਲਾਈ ਹੈ, ਕਿਉਂਕਿ ਉਹ ਦਿਆਲੂ ਹੈ, ਕਿਰਪਾਲੂ ਹੈ, ਸਾਡਾ ਮਾਤਾ ਪਿਤਾ ਹੈ। ਜੋ ਵੀ ਕਰਦਾ ਹੈ ਭਲਾ ਹੀ ਕਰਦਾ ਹੈ। ਸਾਨੂੰ ਕੋਈ ਦੁੱਖ ਵਾਪਰਦਾ ਹੈ ਉਹ ਸਾਡੇ ਭਲੇ ਵਾਸਤੇ ਹੋ ਸਕਦਾ ਹੈ, ਅਤੇ ਜੋ ਸਾਨੂੰ ਚੰਗਾ ਲੱਗਦਾ ਹੈ ਉਹ ਦੁੱਖ ਰੂਪ ਹੋ ਸਕਦਾ ਹੈ। ਉਸ ਦੀ ਕਰਨੀ ਨੂੰ ਨਿੰਦੀਏ ਨਾ, ਬਲਕਿ ਸਿਰ ਮੱਥੇ ਮੰਨੀਏ। ਜੋ ਵੀ ਕੁਝ ਹੁੰਦਾ ਹੈ ਉਸ ਦੇ ਹੁਕਮ ਵਿੱਚ ਹੁੰਦਾ ਹੈ। ਹੁਕਮ ਕੁਝ ਤਾਂ ਸਾਡੇ ਆਪਣੇ ਪਿਛਲੇ ਕਰਮਾਂ ਦੀ ਗਤੀ ਨਾਲ ਹੁੰਦਾ ਹੈ, ਕੁਝ ਉਸ ਦੇ ਰੰਗ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ। ਉਸ ਦਾ ਹੁਕਮ ਸਦਾ ਹੀ ਭਲਾ ਹੁੰਦਾ ਹੈ, ਅਸੀਂ ਉਸ ਨੂੰ ਸਮਝ ਨਹੀਂ ਸਕਦੇ, ਸਾਡੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ। ਉਹ ਸਾਡਾ ਮਿੱਤਰ ਹੈ, ਸਾਨੂੰ ਮਾਤਾ ਪਿਤਾ ਦੀ ਤਰ੍ਹਾਂ ਪਾਲਦਾ ਪੋਸਦਾ ਹੈ। ਸਿਰਫ ਆਗਿਆਕਾਰੀ ਬੱਚਿਆਂ ਨੂੰ ਹੀ ਨਹੀਂ ਬਲਕਿ ਅਕਿਰਤਕਨਾਂ ਨੂੰ ਵੀ ਪਾਲਦਾ ਹੈ। ਉਹ ਈਰਖਾ ਦਵੈਸ ਤੋਂ ਰਹਿਤ ਹੈ। ਰੋਸੇ ਗਿਲੇ ਸ਼ਿਕਵੇ ਉਲਾਂਭੇ ਦੇਣੇ ਵੀ ਜਾਇਜ਼ ਨਹੀਂ। ਉਸ ਮਾਲਿਕ ਦੀ ਲੀਲਾ ਬੜੀ ਅਪਰੰਪਾਰ ਹੈ, ਅਸੀਂ ਉਸ ਨੂੰ ਪਛਾਣ ਨਹੀਂ ਸਕਦੇ। ਜਿੰਨਾ ਸਾਡਾ ਬੁਰੇ ਭਲੇ ਦਾ ਖਿਆਲ ਉਸ ਨੂੰ ਹੈ, ਹੋਰ ਕਿਸੇ ਨੂੰ ਹੋ ਹੀ ਨਹੀਂ ਸਕਦਾ, ਪਰ ਅਸੀਂ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ। ਪਰਮਾਤਮਾ ਜੋ ਕੁਝ ਕਰਦਾ ਹੈ ਚੰਗਾ ਹੀ ਕਰਦਾ ਹੈ, ਅਤੇ ਜੋ ਉਸ ਦੇ ਹੁਕਮ ਨੂੰ ਪਛਾਣ ਲੈਂਦੇ ਹਨ ਪਰਮਾਤਮਾ ਉਸ ਦਾ ਕਦੀ ਵੀ ਮਾੜਾ ਹੋਣ ਹੀ ਨਹੀਂ ਦਿੰਦਾ। ਪਰ ਇਹ ਗੱਲ ਸਮਾਂ ਨਿਕਲਣ ਤੇ ਹੀ ਸਮਝ ਪੈਂਦੀ ਹੈ। ਸਾਡੀ ਅੱਜ ਦੀ ਸਾਖੀ ਇੱਕ ਐਸਾ ਹੀ ਵਿਅਕਤੀ ਜਿਸ ਦਾ ਕੋਈ ਕੰਮ ਨਹੀਂ ਬਣਿਆ,
ਤਾਂ ਉਸ ਦਾ ਪਰਮਾਤਮਾ ਉੱਪਰੋਂ ਵਿਸ਼ਵਾਸ ਹੀ ਉੱਠ ਗਿਆ। ਪਰ ਕੁਝ ਸਮਾਂ ਨਿਕਲਣ ਬਾਅਦ ਐਸਾ ਕੀ ਹੋਇਆ ਕਿ ਫਿਰ ਉਸ ਦਾ ਪਰਮਾਤਮਾ ਤੇ ਭਰੋਸਾ ਬਣ ਗਿਆ ਅਤੇ ਉਹ ਜਾਣ ਗਿਆ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਅਕਤੀ ਉਸਨੇ ਇਲੈਕਟ੍ਰੀਸ਼ੀਅਨ ਦੀ ਪੜ੍ਹਾਈ ਦੇ ਪੇਪਰ ਦਿੱਤੇ, ਪਰ ਕੁਦਰਤ ਦੀ ਕਰਨੀ ਮਾਲਕ ਦੀ ਮੌਜ ਉਹ ਫੇਲ ਹੋ ਗਿਆ। ਪਹਿਲਾਂ ਤਾਂ ਉਸਦੇ ਮਨ ਵਿੱਚ ਆਇਆ ਕਿ ਮੈਂ ਇੰਨੇ ਪਾਠ ਵੀ ਕੀਤੇ, ਅਰਦਾਸਾਂ ਵੀ ਕੀਤੀਆਂ, ਪਰ ਫਿਰ ਵੀ ਮੈਂ ਫੇਲ ਹੋ ਗਿਆ। ਦੁੱਖ ਤਾਂ ਸੀ, ਪਰ ਫਿਰ ਵੀ ਉਸਨੇ ਗੁਰੂ ਦਾ ਅਤੇ ਬਾਣੀ ਦਾ ਲੜ ਨਹੀਂ ਛੱਡਿਆ। ਇਹ ਵੀ ਇੱਕ ਬੜੀ ਵੱਡੀ ਅਤੇ ਸਮਝਣ ਵਾਲੀ ਗੱਲ ਹੈ। ਆਮ ਤੌਰ ਤੇ ਬੰਦੇ ਤੇ ਜਦੋਂ ਬਾਣੀ ਪੜਨ ਤੋਂ ਬਾਅਦ ਜਾਂ ਅਰਦਾਸ ਕਰਨ ਤੋਂ ਬਾਅਦ ਦੁੱਖ ਦੀ ਘੜੀ ਆ ਜਾਂਦੀ ਹੈ ਤਾਂ ਉਸ ਦਾ ਨਿਸ਼ਚਾ ਟੁੱਟ ਜਾਂਦਾ ਹੈ। ਉਹ ਬਾਣੀ ਦਾ, ਗੁਰੂ ਦਾ ਲੜ ਛੱਡ ਦਿੰਦਾ ਹੈ। ਇਹ ਸਾਡੀ ਬੜੀ ਭਾਰੀ ਭੁੱਲ ਹੁੰਦੀ ਹੈ। ਸੁੱਖ ਆਵੇ ਦੁੱਖ ਆਵੇ, ਮਾਲਕ ਦਾ ਲੜ ਕਦੇ ਨਹੀਂ ਛੱਡਣਾ ਚਾਹੀਦਾ। ਜੋ ਪ੍ਰਭ ਕਰੈ ਸੋਈ ਭਲ ਮਾਨੋ, ਸੁਖ ਦੁਖ ਉਹੀ ਧਿਆਈਐ ਰੇ। ਕੁਝ ਸਮੇਂ ਬਾਅਦ ਉਸ ਵਿਅਕਤੀ ਨੇ ਆਪਣੇ ਘਰ ਦੇ ਮੈਂਬਰਾਂ ਨਾਲ ਸਲਾਹ ਕੀਤੀ ਕਿ ਜੇ ਇਲੈਕਟ੍ਰੀਸ਼ੀਅਨ ਬਣਨ ਦੀ ਗੱਲ ਨਹੀਂ ਬਣੀ ਤਾਂ ਕੀ ਪਤਾ ਮੇਰੇ ਗੁਰੂ ਪਿਤਾ ਨੂੰ ਮੇਰੇ ਲਈ ਇਹ ਲਾਈਨ ਨਾ ਚੰਗੀ ਲੱਗੀ ਹੋਵੇ, ਉਹ ਮੈਨੂੰ ਕਿਸੇ ਹੋਰ ਲਾਈਨ ਵਿੱਚ ਪਾਉਣਾ ਚਾਹੁੰਦਾ ਹੋਵੇ। ਇਹ ਵਿਚਾਰ ਆਉਣ ਤੇ ਉਸਨੇ ਆਪਣੀ ਲਾਈਨ ਬਦਲ ਦਿੱਤੀ। ਹੁਣ ਉਸਨੇ ਜੱਜ ਦੀ ਲਾਈਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅੱਜ ਉਹ ਗੁਰਮੁਖ ਪਿਆਰਾ ਬੜਾ ਵੱਡਾ ਜੱਜ ਦਾ ਅਹੁਦਾ ਪ੍ਰਾਪਤ ਕਰ ਚੁੱਕਾ ਹੈ। ਉਸ ਵਿਅਕਤੀ ਨੇ ਆਪ ਇਹ ਬਚਨ ਸੁਣਾਇਆ ਕਿ ਸੱਚਮੁੱਚ ਹੀ ਸਾਡਾ ਪਿਤਾ ਬੜਾ ਹੀ ਬੇਅੰਤ ਹੈ, ਅਸੀਂ ਉਸ ਦੀ ਲੀਲਾ ਨੂੰ ਸਮਝ ਹੀ ਨਹੀਂ ਸਕਦੇ। ਉਹ ਜੋ ਵੀ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ। ਜੇ ਉਸ ਸਮੇਂ ਮੈਂ ਬਿਜਲੀ ਦੇ ਮਹਿਕਮੇ ਦੀ ਪੜ੍ਹਾਈ ਵਿੱਚੋਂ ਪਾਸ ਹੋ ਗਿਆ ਹੁੰਦਾ ਤਾਂ ਮੈਂ ਇੱਕ ਮਾਮੂਲੀ ਜਿਹਾ ਬਿਜਲੀ ਦਾ ਕਰਮਚਾਰੀ ਬਣਿਆ ਹੋਣਾ ਸੀ। ਜੇ ਮੈਂ ਫੇਲ ਨਾ ਹੁੰਦਾ ਤਾਂ ਇਸ ਲਾਈਨ ਵੱਲ ਤੁਰਨਾ ਹੀ ਨਹੀਂ ਸੀ। ਫੇਲ ਹੋਣ ਕਾਰਨ ਆਪਣੀ ਲਾਈਨ ਬਦਲਾਈ ਅਤੇ ਅੱਜ ਮੈਂ ਜੱਜ ਦੀ ਕੁਰਸੀ ਤੇ ਬੈਠਾ ਹਾਂ। ਅੱਜ ਮੇਰਾ ਸਭ ਪਾਸੇ ਮਾਣ ਹੈ, ਸਤਿਕਾਰ ਹੈ, ਮੇਰਾ ਹੁਕਮ ਚੱਲਦਾ ਹੈ। ਭਾਵ ਕਿ ਉਸ ਦੀ ਲੀਲਾ ਵਿੱਚ ਕੀ ਛਿਪਿਆ ਹੈ ਕੋਈ ਕੀ ਜਾਣ ਸਕਦਾ ਹੈ। ਜਿਹੜੀ ਹੁਕਮ ਦੀ ਖੇਡ ਹੈ ਇਸ ਵਿੱਚ ਦੋ ਚੀਜ਼ਾਂ ਹਨ। ਇੱਕ ਤਾਂ ਕਰਮਾਂ ਦੀ ਖੇਡ ਵਰਤਦੀ ਹੈ, ਇੱਕ ਵਾਰੀ ਕੁਝ ਦੇਣ ਵਾਸਤੇ, ਸਾਡੇ ਭਲੇ ਵਾਸਤੇ ਲੀਲਾ ਵਰਤਾਉਂਦਾ ਹੈ। ਜਿੱਥੇ ਕਰਮਾਂ ਦੀ ਖੇਡ ਹੈ ਉੱਥੇ ਤੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਬਖਸ਼ਿਸ਼ ਕਰੋ, ਰਹਿਮਤ ਕਰੋ। ਪਰ ਜੇ ਕਿਧਰੇ ਕੁਝ ਸਾਨੂੰ ਦੇਣ ਵਾਸਤੇ ਲੀਲਾ ਵਰਤਾਏ, ਨੇਮ ਨਹੀਂ ਛੱਡਣਾ, ਅਰਦਾਸ ਕਰਨੀ ਹੈ, ਸਤਿਗੁਰੂ ਕਿਰਪਾ ਕਰੋ, ਹੁਕਮ ਨੂੰ ਪਛਾਣਨ ਦਾ ਕਿਨਕਾ ਸਾਡੀ ਝੋਲੀ ਵਿੱਚ ਪਾ ਦਿਓ। ਕਿਰਪਾ ਕਰੋ ਸਹਿਜ ਸੁਭਾਅ ਜੋ ਵਰਤ ਰਿਹਾ ਹੈ ਅਸੀਂ ਉਸ ਨੂੰ ਪਛਾਣ ਸਕੀਏ। ਨਾਲ ਹੀ ਇਹ ਅਰਦਾਸ ਜ਼ਰੂਰ ਕਰਨੀ ਹੈ, ਸਤਿਗੁਰੂ ਕਿਰਪਾ ਕਰੀ, ਪਰਚਾ ਨਾ ਪਾਈ, ਜੋ ਤੇਰੀ ਲੀਲਾ ਹੈ ਅਸੀਂ ਉਸ ਵਿੱਚ ਰਾਜੀ ਰਹਿ ਸਕੀਏ, ਪਰ ਸੰਤਾਂ ਨਾਲ ਉਸ ਨੂੰ ਪ੍ਰਵਾਨ ਕਰ ਸਕੀਏ, ਉਸ ਨੂੰ ਪਛਾਣ ਸਕੀਏ, ਇਹ ਸਮਝ ਸਕੀਏ ਕਿ ਤੇਰੇ ਕੀਤੇ ਵਿੱਚ ਜ਼ਰੂਰ ਸਾਡਾ ਹੀ ਕੋਈ ਭਲਾ ਛੁਪਿਆ ਹੋਇਆ ਹੈ। ਗੁਰੂ ਕਿਰਪਾ ਕਰੇ ਜੋ ਸਹਿਜ ਸੁਭਾਅ ਹੋ ਰਿਹਾ ਹੈ ਉਸ ਵਿੱਚੋਂ ਉਸ ਦੇ ਹੁਕਮ ਨੂੰ ਪਛਾਣਨ ਦੀ ਦਾਤ ਸਾਨੂੰ ਮਿਲ ਜਾਵੇ ਅਤੇ ਇਹੀ ਅਰਦਾਸ ਹਰ ਵਕਤ ਸਾਡੇ ਮਨ ਅੰਦਰ ਚੱਲੇ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।